ਅਭੁੱਲ ਯਾਦਾਂ ਗਿਆਨੀ ਸੋਹਣ ਸਿੰਘ ਸੀਤਲ। ਕੁਦਰਤ ਦੀ ਕਰੋਪੀ ਮੇਰਾ ਪਹਿਲਾ ਖਡਾਵਾ ਅਤੇ ਮੈਂ ਸੁੱਖਾ ਪੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਦਰਤ ਦੀ ਕਰੋਪੀ। ਮੈਂ ਮਾਪਿਆਂ ਦੀ 6ਵੀਂ ਔਲਾਦ ਹਾਂ। ਪਹਿਲਾ ਪਲੇਠੀ ਦੀ ਲੜਕੀ ਹੋਈ। ਪਹਿਲੀ ਅੰਸ ਪਿਆਰ ਦੀ ਹੱਕਦਾਰ ਹੁੰਦੀ ਹੈ, ਭਾਵੇਂ ਲੜਕਾ ਹੋਵੇ ਭਾਵੇਂ ਲੜਕੀ। ਦੂਸਰੀ ਫਿਰ ਲੜਕੀ ਹੋਈ ਜੋ ਕੁਝ ਮਹੀਨਿਆਂ ਦੀ ਹੋ ਕੇ ਗੁਜ਼ਰ ਗਈ। ਮਾਪਿਆਂ ਨੂੰ ਉਹਦਾ ਬਹੁਤਾ ਅਫਸੋਸ ਨਾ ਹੋਇਆ। ਤੀਸਰਾ ਬਾਲ ਲੜਕਾ ਹੋਇਆ ਜੋ ਸ਼ਿਲੇ ਵਿੱਚ ਹੀ ਗੁਜ਼ਰ ਗਿਆ। ਮੇਰੇ ਮਾਤਾ ਜੀ ਨੂੰ ਉਸ ਦੀ ਮੌਤ ਦਾ ਬਹੁਤ ਦੁੱਖ ਹੋਇਆ, ਪਰ ਅੰਦਰ ਦੀ ਪੀੜ ਜਰ ਜਾਣ ਬਿਨਾ ਕੋਈ ਚਾਰਾ ਨਹੀਂ ਸੀ। ਉਸ ਤੋਂ ਪਿੱਛੋਂ 2 ਬੀਬੀਆਂ ਹੋਈਆਂ। ਮੈਂ ਮਾਪਿਆਂ ਦੀ 6ਵੀਂ ਔਲਾਦ ਹਾਂ। ਸ਼ਨੀਚਰਵਾਰ 7 ਅਗਸਤ 1909 ਈਸਵੀ ਨੂੰ ਪੈਰ ਦੇ ਤੜਕੇ ਮੈਂ ਇਸ ਧਰਤੀ ਤੇ ਪਹਿਲਾ ਸਾਹ ਲਿਆ। ਵਧਾਈਆਂ ਨਾਲ ਕੱਚਾ ਘਰ ਗੂੰਜ ਉੱਠਿਆ। ਮੇਰੇ ਮਾਤਾ ਜੀ ਬਿਮਾਰ ਹੋ ਗਏ। 6 ਮਹੀਨੇ ਮੈਨੂੰ ਮੇਰਾ ਜਨਮ ਸਿੱਧ ਹੱਕ ਮਾਤਾ ਦਾ ਦੁੱਧ ਨਸੀਬ ਨਾ ਹੋਇਆ। ਮੈਂ ਬੱਕਰੀ ਦੇ ਦੁੱਧ ਤੇ ਪਲਿਆ, ਜੋ ਪਿੱਛੋਂ ਉਮਰ ਭਰ ਮੈਨੂੰ ਕਦੇ ਵੀ ਚੰਗਾ ਨਾ ਲੱਗਾ। ਮੈਂ ਇਸ ਨੂੰ ਕੁਦਰਤ ਦੀ ਕਰੋਪੀ ਸਮਝਦਾ ਸਾਂ, ਪਰ ਅੱਜ ਮੈਂ ਸੋਚਦਾ ਹਾਂ ਕਿ ਕੁਦਰਤ ਮੈਨੂੰ ਉਹਨਾਂ ਬਿਮਾਰੀਆਂ ਦਾ ਟਾਕਰਾ ਕਰਨ ਯੋਗ ਬਣਾ ਰਹੀ ਸੀ ਜੋ ਇਸ ਸਰੀਰ ਨੂੰ ਪਿੱਛੋਂ ਭੁਗਤਣੀਆਂ ਪਈਆਂ। ਕਹਿੰਦੇ ਹਨ, ਜਿਸ ਕਮਰੇ ਵਿੱਚ ਲੜਕਾ ਜਨਮ ਲੈਂਦਾ ਹੈ ਉਹਦੀਆਂ ਨੀਹਾਂ ਕੰਬਦੀਆਂ ਹਨ। ਉਹ ਸੋਚਦੀਆਂ ਹਨ ਕਿ ਇੱਕ ਦਿਨ ਇਹਨੇ ਸਾਨੂੰ ਜੜ੍ਹਾਂ ਤੱਕ ਹਿਲਾ ਦੇਣਾ ਹੈ। ਜੇ ਇਹ ਨਿਕੰਮਾ ਹੋਇਆ ਤਾਂ ਸਾਨੂੰ ਵੇਚ ਦੇਵੇਗਾ, ਤੇ ਜੇ ਹਿੰਮਤ ਵਾਲਾ ਹੋਇਆ ਤਾਂ ਸਾਨੂੰ ਢਾਹ ਕੇ ਨਵੀਂ ਚੰਗੀ ਇਮਾਰਤ ਉਸਾਰੇਗਾ। ਹਰ ਹਾਲ ਸਾਡੀ ਖੈਰ ਨਹੀਂ। ਜਿਸ ਕੱਚੇ ਕਮਰੇ ਵਿੱਚ ਮੇਰਾ ਜਨਮ ਹੋਇਆ ਉਸ ਵਿੱਚ ਚੂਹਿਆਂ ਦੀਆਂ ਖੁੱਡਾਂ ਸਨ, ਜੋ ਸੌਣ ਵਾਲਿਆਂ ਉੱਤੇ ਭੁੜਕ ਭੁੜਕ ਕੇ ਦੱਸਦੇ ਸਨ ਕਿ ਰਾਤ ਕਿੰਨੀ ਬੀਤ ਗਈ ਹੈ। ਫਿਰ ਵੀ ਕੋਈ ਸੋਤੜ ਨਾ ਜਾਗੇ ਤਾਂ ਉਹਦੇ ਨੰਗੇ ਹੱਥਾਂ ਉੱਤੇ ਦੰਦੀ ਵੀ ਵੱਢ ਦਿੰਦੇ ਸਨ। ਪਤਾ ਨਹੀਂ ਮੇਰੇ ਨਾਲ ਇਹ ਕਿੰਨੀ ਵਾਰੀ ਹੋਇਆ। ਈਸ਼ਵਰ ਨੇ ਬਲ ਬਖਸ਼ਿਆ। ਮੈਂ ਵੱਡੇ ਹੋ ਕੇ ਚੂਹਿਆਂ ਨੂੰ ਉਸ ਘਰ ਵਿੱਚੋਂ ਦੇਸ਼ ਨਿਕਾਲਾ ਦੇ ਦਿੱਤਾ। ਕੱਚੀਆਂ ਕੋਠੀਆਂ ਦੀ ਥਾਂ ਉਹਨਾਂ ਹੀ ਨੀਹਾਂ ਉੱਤੇ 7 ਕਮਰਿਆਂ ਦਾ ਸੀਮਟ ਦੁਆਰਾ ਵਿਸ਼ਰਾਮ ਘਰ ਬਣਾ ਲਿਆ। ਰਾਜਨੀਤੀ ਦੇ ਕਰੂਰ ਚੱਕਰ ਦਾ ਮਾਰਿਆ ਉਹ ਪਾਕਿਸਤਾਨ ਵਿੱਚ ਛੱਡ ਆਇਆ ਹਾਂ। ਮੇਰਾ ਪਹਿਲਾ ਖਿਡਾਵਾ। ਮੇਰੇ ਤਾਇਆ ਜੀ ਸਰਦਾਰ ਨਿਹਾਲ ਸਿੰਘ ਜੀ ਮੇਰੇ ਪਿਤਾ ਨਾਲੋਂ 3 ਸਾਲ ਵੱਡੇ ਸਨ। ਉਹ ਸਾਰੀ ਉਮਰ ਸਾਧੂ ਮੱਤੇ ਹੀ ਰਹੇ, ਨਾ ਵਿਆਹ ਕਰਾਇਆ ਨਾ ਹੱਥੀਂ ਕਾਰ ਕੀਤੀ। ਸਾਡੇ ਘਰ ਤੋਂ ਪੌਣਾ ਕੁ ਮੀਲ ਦੂਰ ਖੇਤਾਂ ਵਿੱਚ 6ਵੇਂ ਗੁਰੂ ਮੀਰੀ ਪੀਰੀ ਦੇ ਮਾਲਕ ਦਾ ਅਸਥਾਨ ਸੀ। ਨਾਮ ਸੀ ਗੁਰੂ ਕਾ ਝਾੜ। 35-40 ਏਕੜ ਬਰਾਨੀ ਜ਼ਮੀਨ, ਜਿਸ ਦੀ ਕੁਦਰਤੀ ਵਾੜ ਝਾੜੀਆਂ ਦੀ ਸੀ। ਮੀਂਹ ਪਿਆ ਤਾਂ ਕੁਛ ਕਣਕ ਛੋਲੇ ਹੋ ਗਏ। ਉਸ ਗੁਰਦੁਆਰੇ ਵਿੱਚ 5-7 ਸਿੱਖ ਸਾਧੂ ਟਿਕੇ ਰਹਿੰਦੇ। ਛਕਣ ਜੋਗੇ ਪ੍ਰਸ਼ਾਦੇ ਉਹ ਪਿੰਡਾਂ ਵਿੱਚੋਂ ਵਾਰੀ ਨਾਲ ਗਜ਼ਾ ਕਰ ਲਿਆਉਂਦੇ, ਤੇ ਆਪਣੇ ਛਕਣ ਜੋਗਾ ਸੁੱਖਾ ਤੇ ਪੋਸਤ ਉਹ ਪਾਣੀ ਵਾਲੀ ਖੂਹੀ ਦੇ ਨੇੜੇ ਬੀਜ ਲੈਂਦੇ। ਪਹਿਨਣ ਜੋਗਾ ਖੱਦਰ ਸ਼ਰਧਾਲੂ ਮਾਈਆਂ ਵੱਲੋਂ ਸੁਖਣਾ ਦੇ ਰੇਜੇ ਬਥੇਰੇ ਆ ਜਾਂਦੇ। ਮੇਰੇ ਤਾਇਆ ਜੀ ਵਧੇਰੇ ਉੱਥੇ ਹੀ ਰਿਹਾ ਕਰਦੇ। ਕਿਤੇ ਮਹੀਨੇ 2 ਮਹੀਨੇ ਪਿੱਛੋਂ ਘਰ ਆਉਂਦੇ ਆਪਣੇ ਭਰਾ ਮੇਰੇ ਪਿਤਾ ਜੀ ਪਾਸੋਂ ਕੁਝ ਪੈਸੇ ਲੈਣ ਵਾਸਤੇ। ਮੇਰੇ ਜਨਮ ਪਿੱਛੋਂ ਉਹ ਵਧੇਰੇ ਘਰ ਵਿੱਚ ਆਣ ਕੇ ਰਹਿਣ ਲੱਗ ਪਏ। ਮੇਰਾ ਮੋਹ। ਪਰ ਇੱਕ ਵਾਰ ਗੁਰੂ ਕੇ ਝਾੜ ਜ਼ਰੂਰ ਚੱਕਰ ਲਾ ਆਉਂਦੇ। ਮੈਂ 3 ਕੁ ਮਹੀਨੇ ਦਾ ਹੋ ਗਿਆ ਤਾਂ ਤਾਇਆ ਜੀ ਮੈਨੂੰ ਚੁੱਕ ਕੇ ਘਰੋਂ ਬਾਹਰ ਪਿੰਡ ਦੇ ਗੁਰਦੁਆਰੇ ਤੱਕ ਲੈ ਜਾਂਦੇ। ਪਿੰਡ ਦੇ ਬਜ਼ੁਰਗ ਵਿਹਲੇ ਸਮੇਂ ਉੱਥੇ ਹੀ ਮਿਲ ਬੈਠਿਆ ਕਰਦੇ ਸਨ। ਮੇਰੇ ਪੈਰਾਂ ਵਿੱਚ ਕੁੜੀਆਂ ਵਰਗੀਆਂ ਚਾਂਦੀ ਦੀਆਂ ਪੰਜੇਬਾਂ ਹੁੰਦੀਆਂ ਸਨ। ਹੋ ਸਕਦਾ ਉਹ ਕਿਸੇ ਵੱਡੀ ਭੈਣ ਦੀਆਂ ਹੋਣ। ਮੇਰੇ ਤਾਇਆ ਜੀ ਮੈਨੂੰ ਕੁੱਛੜ ਚੁੱਕੀ ਸੱਜੇ ਹੱਥ ਨਾਲ ਪੰਜੇਬਾਂ ਦੇ ਬੋਰ ਖੜਕਾਉਂਦੇ ਰਹਿੰਦੇ। ਇਹ ਉਹਨਾਂ ਦਾ ਮਨ ਭਾਉਂਦਾ ਸਾਜ਼ ਸੀ। ਸੁੱਖੇ ਤੇ ਅਫੀਮ ਦਾ ਨਸ਼ਾ ਤੇ ਚਾਂਦੀ ਦੇ ਬੋਰਾਂ ਦੀ ਮਿੱਠੀ ਮਿੱਠੀ ਆਵਾਜ਼। ਸਾਰਾ ਦਿਨ ਉਹ ਇਸ ਵਿੱਚ ਮਸਤ ਰਹਿੰਦੇ। ਇਸ ਮਸਤੀ ਵਿੱਚ ਕਈ ਵਾਰ ਗੁਰੂ ਕੇ ਝਾੜ ਜਾਣਾ ਵੀ ਭੁੱਲ ਜਾਂਦੇ। ਅੱਜ ਮੈਂ ਸੋਚਦਾ ਹਾਂ ਕਿ ਦਿਲ ਪਰਚਾਵੇ ਤੋਂ ਬਿਨਾਂ ਤਾਂ ਆਦਮ ਬਹਿਸ਼ਤ ਵਿੱਚ ਵੀ ਉਦਾਸ ਹੋ ਜਾਂਦਾ ਹੈ। ਮੈਂ ਸੁੱਖਾ ਪੀਤਾ। ਉਮਰ 1.25 ਸਾਲ ਨਹੀਂ ਤਾਂ 1.5 ਸਾਲ ਹੋਵੇਗੀ। ਮੇਰੇ ਤਾਇਆ ਜੀ ਬੜਾ ਗਾੜਾ ਸੁੱਖਾ ਛਕਿਆ ਕਰਦੇ ਸਨ। ਸੁੱਖੇ, ਅਫੀਮ ਤੇ ਪੋਸਤ ਦਾ ਰੋਗ ਉਹਨਾਂ ਨੂੰ ਉਹਨਾਂ ਦੇ ਚਾਚਾ ਜੀ ਸਰਦਾਰ ਫਤਿਹ ਸਿੰਘ ਜੀ ਨੇ
ਛੋਟੀ ਉਮਰ ਤੋਂ ਹੀ ਲਾ ਦਿੱਤਾ ਸੀ। ਤਾਇਆ ਜੀ ਨੇ ਸੁੱਖਾ ਤਿਆਰ ਕੀਤਾ। ਭਰਿਆ ਛੰਨਾ ਉਠਾ ਕੇ ਉਹ ਮੂੰਹ ਨੂੰ ਲਾਉਣ ਹੀ ਲੱਗੇ ਸਨ ਜਾਂ ਪੰਜੇਬਾਂ ਦੇ ਬੋਰ ਛਣਕਾਉਂਦਾ ਮੈਂ ਵੀ ਪਹੁੰਚ ਗਿਆ। ਮੈਂ ਦੋਵੇਂ ਹੱਥ ਉਹਨਾਂ ਦੇ ਛੰਨੇ ਨੂੰ ਪਾ ਲਏ। ਮੋਹ ਵਸ ਉਹ ਮੈਨੂੰ ਰੋਕ ਨਾ ਸਕੇ। ਮੈਂ 2 ਘੁੱਟ ਭਰ ਲਏ। ਬਸ ਖਾਲਸਾ ਓਨੇ ਨਾਲ ਹੀ ਅੜਿੰਗ ਬੜਿੰਗ ਹੋ ਗਿਆ। 1 ਘੰਟੇ ਪਿੱਛੋਂ ਮੈਂ ਪੂਰੀ ਤਰ੍ਹਾਂ ਬੇਹੋਸ਼ ਪਿਆ ਸਾਂ। ਤਾਇਆ ਜੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਸ ਵੇਲੇ ਥੋੜਾ ਜਿਹਾ ਦਿਨ ਖੜਾ ਸੀ। ਨਵਾਂ ਪਿੰਡ ਹੋਣ ਕਰਕੇ 4 ਕਨਾਲ ਦੀ ਖੁੱਲੀ ਹਵੇਲੀ ਸੀ। ਮੇਰੇ ਮਾਤਾ ਪਿਤਾ ਤੇ ਵੱਡੀਆਂ ਭੈਣਾਂ ਮੇਰੇ ਕੋਲ ਬੈਠੀਆਂ ਹੱਥ ਜੋੜੀ ਅਰਦਾਸ ਕਰ ਰਹੀਆਂ ਸਨ। ਉਹਨਾਂ ਦੀ ਆਸਾਂ ਦੀ ਬੇੜੀ ਘੁੰਮਣ ਘੇਰ ਵਿੱਚ ਪਈ ਗੋਤੇ ਖਾ ਰਹੀ ਸੀ ਤੇ ਤਾਇਆ ਜੀ ਵਿਹੜੇ ਵਿੱਚ ਗੁਰਦੁਆਰਾ ਗੁਰੂ ਕੇ ਝਾੜ ਵੱਲ ਮੂੰਹ ਕੀਤੀ ਹੱਥ ਜੋੜੀ ਖੜੇ ਸਨ। ਉਹਨਾਂ ਦੇ ਹੰਝੂ ਸਫੈਦ ਦਾੜੇ ਉਤੋਂ ਦੀ ਤਿਲਕ ਤਿਲਕ ਕੇ ਧਰਤੀ ਨੂੰ ਚੁੰਮ ਰਹੇ ਸਨ। ਰਾਤੀ ਨਾ ਕਿਸੇ ਪੱਕੀਆਂ ਨਾ ਖਾਧੀਆਂ। ਤੜਕੇ 4 ਵਜੇ ਮੈਨੂੰ ਹੋਸ਼ ਆਈ। ਮੈਂ ਅੱਖਾਂ ਖੋਲੀਆਂ ਤੇ ਪਾਣੀ ਮੰਗਿਆ। ਮਾਤਾ ਪਿਤਾ ਤੇ ਭੈਣਾਂ ਦੀ ਜਾਨ ਵਿੱਚ ਜਾਨ ਆਈ। ਵੱਡੀ ਭੈਣ ਉਸੇ ਵੇਲੇ ਭੱਜੀ ਭੱਜੀ ਵਿਹੜੇ ਵਿੱਚ ਗਈ। ਤਾਇਆ ਕਾਕੇ ਨੂੰ ਹੋਸ਼ ਆ ਗਈ ਹੈ, ਉਹਨੇ ਪਾਣੀ ਮੰਗਿਆ ਹੈ, ਭਾਵੇਂ ਚੱਲ ਕੇ ਵੇਖ ਲੈ। ਤਾਇਆ ਜੀ ਨੇ ਗੁਰੂ ਕੇ ਝਾੜ ਵੱਲ ਸਿਰ ਝੁਕਾ ਕੇ ਮੱਥਾ ਟੇਕਿਆ। ਮੇਰੀ ਭੈਣ ਉਹਨੂੰ ਬਾਹੋਂ ਫੜ ਕੇ ਅੰਦਰ ਲੈ ਆਈ। ਤਾਇਆ ਜੀ ਨੇ ਝੁਕ ਕੇ ਮੇਰੇ ਸਿਰ ਤੇ ਹੱਥ ਫੇਰਿਆ। ਫਿਰ ਅੱਖਾਂ ਪੂੰਝਦੇ ਹੋਏ ਮੇਰੀ ਮਾਤਾ ਜੀ ਦੇ ਸਿਰ ਤੇ ਹੱਥ ਧਰ ਕੇ ਕਹਿਣ ਲੱਗੇ, ਬੀਬਿਆ ਪਰਮਾਤਮਾ ਨੇ ਮੇਰੀ ਪੱਤ ਰੱਖ ਲਈ। ਮੈਂ ਮੋਹ ਵਸ ਇਸ ਨੂੰ ਰੋਕ ਨਹੀਂ ਸਕਿਆ। ਜਾਣਦੀ ਐ ਮੈਂ ਸਾਰੀ ਰਾਤ ਕਿਵੇਂ ਕੱਟੀ ਐ। ਮੈਂ ਸੋਚਦਾ ਸਾਂ ਜੇ ਕਾਕੇ ਨੂੰ ਕੁਝ ਹੋ ਗਿਆ ਤਾਂ ਮਰਨ ਪਿੱਛੋਂ ਵੀ ਇਹ ਕਲੰਕ ਮੇਰੇ ਮੱਥਿਓਂ ਨਹੀਂ ਲਏਗਾ। ਲੋਕ ਕਹਿਣਗੇ ਪਿਛਲੀ ਉਮਰ ਭਰਾ ਦੇ ਘਰ ਪੁੱਤਰ ਹੋਇਆ ਸੀ, ਇਸ ਪਾਪੀ ਨੇ ਕੁਝ ਦੇ ਕੇ ਮਾਰ ਦਿੱਤਾ ਏ। ਹੁਣ ਮੈਂ ਕਦੇ ਇਹ ਗਲਤੀ ਨਹੀਂ ਕਰਾਂਗਾ। ਗੁਰੂ ਮਹਾਰਾਜ ਮੇਰਾ ਬੱਚਾ ਜੁਗ ਜੁਗ ਜੀਵੇ ਤੇ ਵੱਡਿਆਂ ਦਾ ਨਾਮ ਉੱਚਾ ਕਰੇ। ਅਭੁੱਲ ਯਾਦਾਂ ਸ਼੍ਰੋਮਣੀ ਢਾਡੀ ਗਿਆਨੀ ਸੋਹਣ ਸਿੰਘ ਜੀ ਸੀਤਲ। ਭਾਗ ਪਹਿਲਾ। ਆਵਾਜ਼ ਭਾਈ ਗੁਰਜੰਟ ਸਿੰਘ ਰੂਪਵਾਲੀ। ਇਹ ਵਿਚਾਰ ਹੋਰਨਾਂ ਨਾਲ ਵੀ ਸਾਂਝਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।